ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਪਾਂ ਹੁਣ ਪਿਛਲੇ ਦਿਨਾਂ ਦੇ ਵਿੱਚ ਵਿਸਾਖੀ ਦਾ ਦਿਹਾੜਾ ਮਨਾਇਆ ਹੈ। ਸਾਨੂੰ ਸਭ ਨੂੰ ਪਤਾ ਹੈ ਕਿ ਵਿਸਾਖੀ ਵਾਲੇ ਦਿਨ 1699 ਈਸਵੀ ਨੂੰ ਖਾਲਸਾ ਪੰਥ ਦੀ ਸਾਜਨਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵੱਲੋਂ ਕੀਤੀ ਗਈ ਸੀ। ਆਪਾਂ ਅੱਜ ਇਤਿਹਾਸ ਦੀ ਥੋੜ੍ਹਾ ਜਿਹਾ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿ 10ਵੇਂ ਪਾਤਸ਼ਾਹ ਨੇ ਕਿਸ ਤਰ੍ਹਾਂ ਇਹ ਪ੍ਰੋਗਰਾਮ ਲਿਖਿਆ, ਕਿਸ ਤਰ੍ਹਾਂ ਜ਼ਿੰਮੇਵਾਰੀਆਂ ਸੌਂਪੀਆਂ, ਕਿਸ ਤਰ੍ਹਾਂ ਇਹ ਇਕੱਠ ਹੋਇਆ ਇੰਨਾ ਭਾਰਾ। ਆਨੰਦਪੁਰ ਸਾਹਿਬ ਦੀ ਧਰਤੀ 'ਤੇ ਜੋ ਬਹੁਤ ਜੋ ਹੈ ਆਪਣੇ ਲੇਖਾਕਾਰ ਜੋ ਵੀ ਹੈ, ਆਪਣੇ ਕਵੀ ਹੈ, ਜੋ ਲਿਖਤਾਂ ਮਿਲਦੀਆਂ ਹਨ ਉਹਨਾਂ ਵਿੱਚ ਬਹੁਤ ਭਾਰੀ ਇਕੱਠ ਹੋਇਆ। ਬਹੁਤ ਭਾਰੀ ਇਕੱਠ, ਕੋਈ 80,000 ਦਾ ਕਹਿੰਦਾ, ਕੋਈ ਜ਼ਿਆਦਾ ਕਹਿੰਦਾ ਹੈ, ਕੋਈ ਕਿੰਨਾ ਕਹਿੰਦਾ ਹੈ। ਆਪਾਂ ਇਹ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਵੱਡਾ ਇਕੱਠ ਹੋਇਆ ਉਸ ਟਾਈਮ। ਇਸ ਇਕੱਠ ਦੇ ਪਿੱਛੇ ਜੋ 10ਵੇਂ ਪਾਤਸ਼ਾਹ ਦੀ ਪ੍ਰੀ ਪਲਾਨਿੰਗ ਸੀ, ਪ੍ਰੀ ਪਲਾਨਿੰਗ ਮੈਂ ਤਾਂ ਕਹਿ ਰਿਹਾ ਕਿ ਸਾਨੂੰ ਜੋ ਤੱਥ ਮਿਲਦੇ ਹੈ ਉਸ ਆਧਾਰ 'ਤੇ ਕਹਿ ਰਹੇ ਹਾਂ ਕਿ ਪ੍ਰੋਗਰਾਮ ਬਹੁਤ ਚਿਰ ਪਹਿਲਾਂ, ਸਮੇਂ ਦਾ ਤਾਂ ਆਪਾਂ ਨਹੀਂ ਕਹਿ ਸਕਦੇ, ਪਰ ਇਹ ਟਾਈਮ ਦੇ ਟਾਈਮ ਨਹੀਂ, ਇੱਕਦਮ ਨਹੀਂ ਹੋਇਆ ਗਾ। ਇਸ ਨੂੰ ਉਲੀਕਿਆ ਗਿਆ ਪ੍ਰੋਗਰਾਮ ਨੂੰ। ਜਿਵੇਂ ਕੋਈ ਫੌਜੀ ਜਰਨੈਲ ਹੈ, ਕੋਈ ਕੰਮ ਕਰਨਾ ਹੁੰਦਾ, ਜੋ ਵੀ ਐਕਸਰਸਾਈਜ਼ ਕਰਨੀ ਹੁੰਦੀ ਹੈ, ਜਾਂ ਫਰਜ਼ ਕਰ ਲਓ ਐਟਮ ਬੰਬ ਦਾ ਹੀ ਕਿਸੇ ਨੇ ਕਰਨਾ ਹੁੰਦਾ ਹੈ, ਆਪਣਾ ਪ੍ਰੀਖਣ ਕਰਨਾ ਹੁੰਦਾ, ਜਿਵੇਂ ਆਪਣੇ ਵੀ ਹੋਇਆ ਸੀਗਾ, ਤਾਂ ਉਹ 10-12 ਸਾਲ ਪਹਿਲਾਂ ਪਲਾਨਿੰਗ ਚੱਲਣ ਲੱਗ ਪੈਂਦੀ ਹੈ। 10-12 ਸਾਲ ਘੱਟੋ ਘੱਟ, ਜ਼ਿਆਦਾ ਵੀ ਹੋ ਸਕਦੀ ਹੈ, ਕਿਉਂਕਿ ਵੱਡੇ ਕੰਮ ਕਰਨ ਵਾਸਤੇ ਵੱਡੇ ਹੀ ਸਮਾਂ ਵੀ ਜ਼ਿਆਦਾ ਚਾਹੀਦਾ ਹੈ, ਅਤੇ ਪ੍ਰੋਗਰਾਮ ਲਿਖਣ ਵਾਸਤੇ ਕਾਫੀ ਸਮੇਂ ਦੀ ਅਤੇ ਦਿਮਾਗ ਦੀ ਲੋੜ ਪੈਂਦੀ ਉਸ ਟਾਈਮ। ਇਸੇ ਤਰ੍ਹਾਂ 10ਵੇਂ ਪਾਤਸ਼ਾਹ ਨੇ ਜੋ ਇਹ ਆਰਮੀ, ਖਾਲਸਾ ਆਰਮੀ ਤਿਆਰ ਕੀਤੀ ਹੈ, ਖਾਲਸਾ ਫੌਜ, ਉਸ ਟਾਈਮ ਦੀ ਪਹਿਲੀ ਗੱਲ ਤਾਂ ਇਹ ਜ਼ਰੂਰਤ ਸੀ ਜੀ, ਜ਼ਰੂਰਤ ਸੀ, ਕਿਉਂਕਿ ਜ਼ਬਰ ਜ਼ੁਲਮ ਇੰਨਾ ਜ਼ਿਆਦਾ ਵੱਧ ਗਿਆ ਸੀ। ਗੁਰੂ ਸਾਹਿਬ ਨੇ, 10ਵੇਂ ਪਾਤਸ਼ਾਹ ਨੇ ਇਹ ਮਹਿਸੂਸ ਕੀਤਾ ਕਿ ਸੰਤ ਨਾਲ ਸਿਪਾਹੀ ਬਣਨਾ ਵੀ ਬਹੁਤ ਜ਼ਰੂਰੀ ਹੈ। ਸੰਤ ਨਾਲ ਸਿਪਾਹੀ ਬਣਨਾ ਬਹੁਤ ਜ਼ਰੂਰੀ ਹੈ। ਆਤਮ ਡਿਫੈਂਸ ਤਿਆਰ ਕਰਨਾ ਹੈ, ਆਤਮ ਰੱਖਿਆ ਵਾਸਤੇ ਡਿਫੈਂਸ ਕਰਨਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਜੋ ਸਮਾਂ ਚੱਲ ਰਿਹਾ ਸੀ, ਅਹਿੰਸਾ ਸੀ ਨਾ, ਜੋ ਉਹਦੇ ਵਿੱਚ ਕਹਿੰਦੇ ਸੀ ਵੀ ਕੀੜਾ ਮਾਰਨਾ ਵੀ ਪਾਪ ਹੈ। ਕਈ ਧਰਮ ਵਾਲੇ ਤਾਂ ਜੋ ਚੱਲਦੇ ਸੀ, ਮੂੰਹ ਦੇ ਉੱਤੇ ਆਪਣਾ ਕੱਪੜਾ ਲੈ ਕੇ ਵੀ ਚੱਲਦੇ ਸੀ ਕਿ ਕੋਈ ਜਰਾਸੀਮ ਅੰਦਰ ਨਾ ਚੱਲ ਜਾਣ, ਜਿਉਂਦੇ ਹੁੰਦੇ ਆ ਉਹ ਪਾਪ ਲੱਗੂਗਾ, ਜਾਂ ਅੱਗੇ ਅੱਗੇ ਝਾੜੂ ਲਾ ਕੇ ਚੱਲਦੇ ਸੀ ਕਿ ਕੋਈ ਕੀੜਾ ਪੈਰ ਥੱਲੇ ਨਾ ਆ ਜਾਵੇ। ਇਸ ਤਰ੍ਹਾਂ 10ਵੇਂ ਪਾਤਸ਼ਾਹ ਨੇ ਕਿਹਾ ਕਿ ਜੋ ਅਸੀਂ ਇਹ ਜੋ ਚੱਲ ਰਿਹਾ ਹੈ, ਤਾਂ ਦੁਸ਼ਮਣ ਜੋ ਹੈ ਉਹ ਜਾਤੀਆਂ ਕਰ ਰਿਹਾ ਹੈ। ਅਸੀਂ ਅਹਿੰਸਾ ਦੇ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਦੀਆਂ, ਬਹੂ ਬੇਟੀਆਂ ਦੀਆਂ ਇੱਜ਼ਤਾਂ ਜਿਹੜੀਆਂ ਹੈਗੀਆਂ, ਉਹ ਬਸਰਾ ਅਤੇ ਗਜਨੀ ਦੇ ਇਹੋ ਜਿਹੀ ਜਗ੍ਹਾ ਦੇ ਉੱਤੇ ਵੀ ਨਿਲਾਮ ਹੁੰਦੀਆਂ, ਇੱਜ਼ਤਾਂ ਨਿਲਾਮ ਹੁੰਦੀਆਂ। ਉਹਨਾਂ ਨੂੰ ਰੋਕਣ ਵਾਸਤੇ, ਉਹਨਾਂ ਨੂੰ ਠੱਲ੍ਹ ਪਾਉਣ ਵਾਸਤੇ 10ਵੇਂ ਪਾਤਸ਼ਾਹ ਦੇ ਮਨ ਦੇ ਵਿੱਚ ਜ਼ਰੂਰ ਆਇਆ ਹੋਊਗਾ ਕਿ ਇਸ ਚੀਜ਼ ਨੂੰ, ਜ਼ਬਰ ਜ਼ੁਲਮ ਨੂੰ ਜੋ ਹੈ ਠੱਲ੍ਹ ਪਾਈ ਜਾਵੇ। ਇਸ ਠੱਲ੍ਹ ਨੂੰ ਪਾਉਣ ਵਾਸਤੇ ਹੀ ਗੁਰੂ ਸਾਹਿਬ ਨੇ ਫਿਰ ਪ੍ਰੋਗਰਾਮ ਜੋ ਲਿਖਿਆ ਕਿ ਆਪਦੀ ਆਰਮੀ ਤਿਆਰ ਕੀਤੀ ਜਾਵੇ, ਖਾਲਸਾ ਆਰਮੀ ਤਿਆਰ ਕੀਤੀ ਜਾਵੇ, ਜੋ ਕਿ ਜ਼ਬਰ ਜ਼ੁਲਮ ਵਾਲਿਆਂ ਨੂੰ ਮੂੰਹ ਤੋੜਵਾਂ ਜਵਾਬ ਦੇ ਕੇ ਇੱਕ ਇਹੋ ਜਿਹੇ ਪੂਰਨੇ, ਇੱਕ ਇਹੋ ਜਿਹਾ ਖਾਲਸਾ ਸਾਜਿਆ ਜਾਵੇ ਜੋ ਆਪਣਾ ਡਿਫੈਂਸ ਆਪ ਕਰਨ ਜਾਣਦਾ ਹੋਵੇ। ਇਸ ਕਰਕੇ ਆਨੰਦਪੁਰ ਦੀ ਧਰਤੀ ਦੇ ਵਿਸਾਖੀ ਵਾਲੇ ਦਿਨ ਬਹੁਤ ਵੱਡਾ ਇਕੱਠ ਹੋਇਆ। ਕੋਈ ਕਿੰਨੀ ਗਿਣਤੀ ਕਹਿੰਦਾ, ਕੋਈ ਕਿੰਨੀ ਗਿਣਤੀ ਕਹਿੰਦਾ, ਆਪਾਂ ਇਹ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਇਕੱਠ ਹੋਇਆ। ਇਹ ਇਕੱਠ ਇੱਕਦਮ ਨਹੀਂ ਹੋਇਆ ਲੱਗਦਾ, ਇੱਕਦਮ ਜੇ ਕਹਿ ਦਈਏ ਵੀ ਇੱਕਦਮ ਇਕੱਠ ਹੋ ਗਿਆ ਜਾਂ ਉੱਥੇ ਹੋਇਆ, ਨਹੀਂ, ਇਹੋ ਜਿਹਾ ਇੱਕਦਮ ਇਕੱਠ ਨਹੀਂ ਹੋਇਆ ਲੱਗਦਾ। ਕੁਛ ਤੱਥ ਮਿਲਦੇ ਹੈ
ਉਹਨਾਂ 'ਤੇ ਆਪਾਂ ਵਿਚਾਰ ਕਰ ਰਹੇ ਹਾਂ ਕਿ 10ਵੇਂ ਪਾਤਸ਼ਾਹ ਨੇ ਨਾ ਬਹੁਤ ਪਹਿਲਾਂ ਪ੍ਰੀ ਪਲਾਨਿੰਗ ਕੀਤੀ ਲੱਗਦੀ ਹੈ, ਸਾਲ 2 ਸਾਲ ਵੀ ਹੋ ਸਕਦੇ, ਪਹਿਲਾਂ ਪ੍ਰੋਗਰਾਮ ਲਿਖਿਆ ਹੋਵੇ ਕਿ ਆਪਾਂ ਇਹ ਕੰਮ ਕਰਨਾ ਹੈ। ਕਿਸ ਤਰ੍ਹਾਂ? ਕਿਉਂਕਿ ਜੋ ਪੰਜੇ ਪਿਆਰੇ ਹੈ ਇਹ ਅਲੱਗ-ਅਲੱਗ ਜਗ੍ਹਾ ਤੋਂ ਆਏ ਆ ਤੇ ਬੜੀ ਦੂਰੋਂ ਦੂਰੋਂ ਵੀ ਆਏ ਆ। ਭਾਈ ਦਇਆ ਰਾਮ ਲਾਹੌਰ ਤੋਂ ਆਏ ਆ, ਚਲੋ ਇਹ ਤਾਂ ਆਪਾਂ ਕਹਿ ਸਕਦੇ ਹਾਂ ਵੀ ਪੰਜਾਬ ਦੀ ਧਰਤੀ ਦੀ ਉਸ ਟਾਈਮ 'ਤੇ ਜਿਹੜੀ ਹੈ ਇਹ 1-2 ਦਿਨ ਲੱਗ ਗਏ ਹੋਣਗੇ। ਧਰਮਦਾਸ ਜੋ ਹੈ ਹਸਤਨਾਪੁਰ ਮੇਰਠ ਤੋਂ ਆ ਰਹੇ ਹੈ ਜੀ। ਹਿੰਮਤ ਰਾਏ ਜੋ ਆਪਣਾ ਜੱਥਾ ਲੈ ਕੇ ਆਏ ਹੈ ਉਹ ਜਗਨਨਾਥਪੁਰੀ ਉੜੀਸਾ ਤੋਂ ਆ ਰਹੇ ਆ। ਉੜੀਸਾ ਦੇਖੋ ਕਿੰਨੀ ਦੂਰ ਹੈ। ਪਹਿਲਾਂ ਤਾਂ ਉਹਨਾਂ ਨੂੰ ਮੈਸੇਜ ਗਏ ਹੋਣਗੇ, ਹੁਣ ਤਾਂ ਟਾਈਮ ਤਾਂ ਹੈ ਨਹੀਂ ਸੀ ਕਿ ਮੋਬਾਈਲ 'ਤੇ ਮੈਸੇਜ ਦਿੱਤਾ ਜਾਂ ਫੋਨ ਕਰਤਾ ਜਾਂ ਕੋਈ ਤਾਰ ਟੈਲੀਗ੍ਰਾਮ ਕਰਤੀ, ਨਹੀਂ। ਉਸ ਟਾਈਮ ਤਾਂ ਜੋ ਆਦੇਸ਼ ਹੁੰਦੇ ਸੀਗੇ ਉਹ ਘੋੜਸਵਾਰੀ ਲੈ ਕੇ ਜਾਂਦੇ ਸੀਗੇ ਜਾਂ ਕੋਈ ਹੋਰ ਸਾਧਨ ਹੋ ਸਕਦਾ, ਪੈਦਲ ਚੱਲ ਕੇ ਜਾਂਦੇ ਸੀਗੇ। ਕੋਈ ਐਡਾ ਫਾਸਟ ਜਿਹੜਾ ਸੀਗਾ ਉਸ ਟਾਈਮ ਨਹੀਂ ਸੀਗਾ, ਸਾਇੰਸ ਦੀ ਤਰੱਕੀ ਇੰਨੀ ਨਹੀਂ ਸੀ ਕਿ ਮੋਬਾਈਲ ਫੋਨ ਵਗੈਰਾ ਨਹੀਂ ਸੀ। ਇਸ ਕਰਕੇ ਪਹਿਲਾਂ ਮੈਸੇਜ ਪਹੁੰਚਾਉਣ ਵਾਸਤੇ ਵੀ ਬੰਦਾ ਭੇਜਿਆ ਗਿਆ ਹੋਊਗਾ। ਜਿਹੜਾ ਉੜੀਸਾ ਗਿਆ ਉਹ ਹੋ ਸਕਦਾ ਵੀ ਉਹਨੂੰ 15-20 ਦਿਨ ਲੱਗ ਗਏ ਹੋਣ, ਘੋੜੇ 'ਤੇ ਗਿਆ ਹੋਵੇ। ਫਿਰ ਉਹ ਸੰਗਤਾਂ ਨੂੰ, ਜਿਹੜੇ ਜਥੇਦਾਰ ਆ ਉਹਨੇ ਸੰਗਤਾਂ ਨੂੰ ਸੰਬੋਧਨ ਕਰਕੇ ਇਕੱਠਾ ਵੀ ਕੀਤਾ ਹੋਊਗਾ ਵੀ ਹਾਂ ਆਪਾਂ ਵੀ ਪ੍ਰੋਗਰਾਮ ਕੋਈ ਲਿਖਿਆ ਹੈ, ਆਪਾਂ ਜਾਣਾ ਹੈ। ਇਸੇ ਤਰ੍ਹਾਂ ਮੁਕਮ ਚੰਦ ਜੋ ਹੈ ਦਵਾਰਕਾ ਗੁਜਰਾਤ ਦੇ ਰਹਿਣ ਵਾਲੇ ਆ, ਗੁਜਰਾਤ ਦੇ ਰਹਿਣ ਵਾਲੇ ਆ। ਗੁਜਰਾਤ ਤੋਂ ਜਿਹੜੀ ਸੰਗਤ ਚੱਲੀ ਆ ਉਹ ਕਿੰਨਾ ਚਿਰ ਪਹਿਲਾਂ ਚੱਲੀ ਹੋਊਗੀ, ਇਹ ਸਾਨੂੰ ਇਤਿਹਾਸ ਦੇ ਵਿੱਚੋਂ ਜੇ ਆਪਾਂ ਖੋਜ ਕਰੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਕਾਫੀ ਦੂਰ ਦੂਰ ਤੋਂ ਸੰਗਤਾਂ ਆਈਆਂ। ਸਾਹਿਬ ਚੰਦ ਜੋ ਹੈ ਉਹ ਬਿਦਰ ਕਰਨਾਟਕਾ ਤੋਂ ਸੰਗਤ ਲੈ ਕੇ ਆ ਰਹੇ ਹੈ ਜੀ। ਕਰਨਾਟਕਾ ਹੋਇਆ, ਉੜੀਸਾ ਹੋਇਆ ਜੀ, ਗੁਜਰਾਤ ਹੋਇਆ, ਇਹ ਤਾਂ ਬਹੁਤ ਦੂਰ ਪੈ ਜਾਂਦਾ ਹੈ। ਉਹਦਾ ਸੰਗਤਾਂ ਨੂੰ 20-20, 25-25 ਦਿਨ, ਮਹੀਨਾ ਵੀ ਲੱਗ ਗਿਆ ਹੋਵੇ ਆਉਂਦਿਆਂ। ਤੇ ਇਹਦਾ ਮਤਲਬ ਜਿਹੜਾ ਮੈਸੇਜ ਲੈ ਕੇ ਗਿਆ ਹੈ ਉਹ ਪਹਿਲਾਂ ਲੈ ਕੇ ਗਿਆ ਹੈ। ਪਰ ਇਹਦੇ ਵਿੱਚ ਸੈਕਰੇਸੀ ਬਹੁਤ ਜ਼ਿਆਦਾ ਹੈ। ਜਿਵੇਂ ਆਰਮੀ ਦੇ ਕੰਮਾਂ ਦੇ ਵਿੱਚ ਟੌਪ ਸੀਕ੍ਰੇਟ ਕਨਫੀਡੈਂਸ਼ੀਅਲ ਵਗੈਰਾ ਹੁੰਦਾ ਹੈ, ਇਸੇ ਤਰ੍ਹਾਂ ਗੁਰੂ ਸਾਹਿਬ ਨੇ ਇਹ 'ਚ ਸੈਕਰੇਸੀ ਵੀ ਬਹੁਤ ਜ਼ਿਆਦਾ ਰੱਖੀ ਹੈ। ਇਹ ਪਹਿਲਾਂ ਦੱਸਿਆ ਨਹੀਂ ਗਿਆ ਕਿ ਕੀ ਉੱਥੇ ਪ੍ਰੋਗਰਾਮ ਹੈ, ਪਹਿਲਾਂ ਨਹੀਂ ਕਲੀਅਰ ਹੋਇਆ। ਹੋ ਸਕਦਾ ਜਥੇਦਾਰ ਜਿਹੜੇ 5 ਪਿਆਰੇ ਆ ਉਹਨਾਂ ਨੂੰ ਤਾਂ ਪਤਾ ਹੋਵੇ। ਤੇ ਇਹ ਸਾਰੇ ਜਥੇ ਲੈ ਕੇ ਉੱਥੇ ਪਹੁੰਚੇ ਹੈ। ਹੋ ਸਕਦਾ ਸਾਲ ਪਹਿਲਾਂ, 1.5 ਸਾਲ ਪਹਿਲਾਂ ਜਾਂ 2 ਸਾਲ ਵੀ ਹੋ ਸਕਦਾ ਪ੍ਰੀ ਪਲਾਨਿੰਗ ਚੱਲਦੀ ਹੋਵੇ, ਪਰ ਬੜੀ ਸੈਕਰੇਸੀ ਰਹੀ ਹੈ। ਕਿਸੇ ਨੂੰ ਕੁਝ ਪਤਾ ਨਹੀਂ ਲੱਗਾ, ਕਿਸੇ ਨੂੰ ਵੀ ਨਹੀਂ ਪਤਾ ਲੱਗਾ ਵੀ 10ਵੇਂ ਪਾਤਸ਼ਾਹ ਆਪਣੀ ਇੱਕ ਆਰਮੀ ਤਿਆਰ ਕਰਨ ਲੱਗੇ ਆ। ਕਿਸੇ ਵੀ ਕਨਫੀਡੈਂਸ਼ੀਅਲ ਮੈਟਰ ਸੀਗਾ, ਇਹ ਸੈਕਰੇਟ ਮੈਟਰ ਸੀਗਾ, ਇਸ ਕਰਕੇ ਦੱਸਣਾ ਵੀ ਨਹੀਂ ਬਣਦਾ, ਕਿਉਂਕਿ ਆਰਮੀ ਦੇ ਤਾਂ ਸਾਰੇ ਕੰਮ ਸੈਕਰੇਟ ਹੁੰਦੇ ਹਨ। ਕੀ ਕਰਨ ਜਾ ਰਹੇ ਹੈ, ਕਿੰਨਾ ਇਕੱਠ ਕੀਤਾ ਜਾ ਰਿਹਾ ਹੈ, ਕਾਹਦੇ ਵਾਸਤੇ ਕੀਤਾ ਜਾ ਰਿਹਾ, ਇਹ ਸਾਰੀਆਂ ਸੀਕ੍ਰੇਟ ਗੱਲਾਂ ਸੀਗੀਆਂ, ਨਹੀਂ ਦੱਸਣ ਯੋਗ ਵੀ ਨਹੀਂ ਸੀਗੀਆਂ। ਇਹ ਜੱਥੇ ਲੈ ਕੇ ਪਹੁੰਚ ਗਏ ਜੀ। ਜੱਥੇ ਲੈ ਕੇ ਸਾਰੇ ਪਹੁੰਚੇ ਆ ਤੇ ਜਦੋਂ ਇਕੱਠ ਹੋਇਆ ਉੱਥੇ ਪੰਡਾਲ ਸਜਿਆ ਹੋਇਆ ਤੇ ਉਸ ਦਿਨ ਪੰਡਾਲ ਦੇ ਵਿੱਚ ਜੋ ਕੀਰਤਨ ਆ ਉਹ ਵੀ ਵੀਰ ਰਸ ਦਾ ਹੋ ਰਿਹਾ। ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ। ਇਸ ਤਰ੍ਹਾਂ ਦਾ ਜੋ ਹੈ ਸ਼ਬਦਾਂ ਦਾ ਉਚਾਰਨ ਕੀਤਾ ਜਾ ਰਿਹਾ। ਕਿਸੇ ਪਾਸੇ ਬੈਨਰ ਲੱਗੇ ਹੋਏ ਆ, ਉਹ ਵੀ ਵੀਰ ਰਸ ਵਾਲੇ ਲੱਗੇ ਹੋਏ ਆ। ਤੇ ਉੱਥੇ ਜਦੋਂ ਕੀ ਹੋਇਆ ਕਿ ਸਟੇਜ ਸਜੀ ਹੋਈ ਹੈ। ਜਦੋਂ ਸੰਗਤਾਂ ਬਹੁਤ ਇਕੱਠ ਹੋ ਗਿਆ ਤਾਂ ਉੱਥੋਂ ਅਨਾਉਂਸਮੈਂਟ ਹੁੰਦੀ ਹੈ ਜਾਂ ਆਦੇਸ਼ ਦਿੰਦੇ ਆ ਗੁਰੂ ਸਾਹਿਬ ਕਿ ਸੰਗਤਾਂ ਜੋ ਹਾਜ਼ਰੀ ਦਾ ਪ੍ਰਸ਼ਾਦਾ ਛਕ ਕੇ ਫਿਰ ਇਸੇ ਤਰ੍ਹਾਂ ਪੰਡਾਲ 'ਚ ਆ ਕੇ ਬਿਰਾਜਮਾਨ ਹੋ ਜਾਣ। ਹਾਜ਼ਰੀ ਦਾ ਪ੍ਰਸ਼ਾਦਾ ਕਹਿੰਦੇ ਜੀ ਆਪਾਂ ਹੁਣ ਬ੍ਰੇਕਫਾਸਟ ਕਹਿ ਲਈਏ, ਹਲਕਾ ਜਿਹਾ ਜਿਹੜਾ ਆਪਾਂ ਸਵੇਰੇ ਖਾ ਲੈਂਦੇ ਵੀ ਸੁਸਤੀ ਨਾ ਆਵੇ, ਜਾਂ ਆਪਾਂ ਨਿਤਨੇਮ ਕਰਨ ਲੱਗੇ ਹਲਕਾ ਖਾਂਦੇ ਹਾਂ, ਇਸੇ ਤਰ੍ਹਾਂ ਕਹਿੰਦੇ ਜੀ ਹਾਜ਼ਰੀ ਦਾ ਪ੍ਰਸ਼ਾਦਾ ਛਕ ਕੇ ਇਸੇ ਤਰ੍ਹਾਂ ਸੰਗਤਾਂ ਆ ਕੇ ਪੰਡਾਲ ਦੇ ਵਿੱਚ ਸੱਜ ਜਾਣ। ਉਸੇ ਤਰ੍ਹਾਂ ਹੀ ਹੋਇਆ ਜੀ, ਜਿਸ ਤਰ੍ਹਾਂ 10ਵੇਂ ਪਾਤਸ਼ਾਹ ਨੇ ਹੁਕਮ ਕੀਤਾ ਸੀਗਾ। ਸਾਰੀਆਂ ਸੰਗਤਾਂ ਉਸੇ ਤਰ੍ਹਾਂ ਆਈਆਂ, ਆਪਣਾ ਪ੍ਰਸ਼ਾਦਾ ਪਾਣੀ ਛਕਿਆ ਲੰਗਰ ਦੇ ਵਿੱਚੋਂ ਤੇ ਆ ਕੇ ਉਸੇ ਤਰ੍ਹਾਂ ਬਿਰਾਜਮਾਨ ਹੋ ਗਈਆਂ। ਕੀ ਹੁੰਦਾ ਹੈ, ਇੱਕਦਮ ਸਟੇਜ ਦੇ ਉੱਤੇ ਮਿਆਨ ਦੇ ਵਿੱਚੋਂ ਸ੍ਰੀ ਸਾਹਿਬ ਬਾਹਰ ਕੱਢ ਕੇ 10ਵੇਂ ਪਾਤਸ਼ਾਹ ਬੜੇ ਵੀਰ ਰਸ ਦੇ ਵਿੱਚ ਤਾਂ ਸਟੇਜ 'ਤੇ ਆ ਕੇ ਕਹਿੰਦੇ ਆ ਜੀ ਇੱਕ ਸਿਰ ਦੀ ਜ਼ਰੂਰਤ ਹੈ, ਜਿਹੜਾ ਸਿਰ ਦੇ ਸਕਦਾ ਹੋਵੇ ਉਹ ਉੱਠ ਕੇ ਖੜਾ ਹੋ ਜਾਵੇ। ਉਸੇ ਟਾਈਮ ਹੀ ਕੀ ਹੋਇਆ
ਖੁਸਰ ਫੁਸਰ ਜੀ ਹੋਣ ਲੱਗ ਪਈ ਸਾਰੀ ਸੰਗਤ ਦੇ ਵਿੱਚ ਵੀ ਇਹ ਕੀ ਵਾਪਰਨ ਲੱਗਾ ਹੈਗਾ, ਕੀ ਹੋ ਗਿਆ 10ਵੇਂ ਪਾਤਸ਼ਾਹ ਨੂੰ ਵੀ ਅੱਜ ਇਸ ਤਰ੍ਹਾਂ ਦਾ ਜੋ ਹੈ ਅੱਖਾਂ ਦੇ ਵਿੱਚ ਵੀ ਵੀਰ ਰਸ ਹੈ, ਪੂਰਾ ਚਿਹਰਾ ਵੀ ਦਗ ਦਗ ਕਰਦਾ ਹੈ, ਜੋਸ਼ ਦੇ ਵਿੱਚ ਵੀ ਹੈ, ਇਹ ਕੀ ਕਰਨ ਜਾ ਰਹੇ ਹੈ। ਜਦੋਂ ਇੱਕ ਵਾਰ ਆਖਿਆ ਤਾਂ ਭਾਈ ਦਇਆ ਸਿੰਘ ਜੋ ਲਾਹੌਰ ਦਾ ਰਹਿਣ ਵਾਲਾ ਹੈ, ਖੱਤਰੀ ਜਾਤ ਹੈ, ਦੁਕਾਨਦਾਰ ਹੈ ਜੀ, ਦੁਕਾਨਦਾਰ ਹੈ। 10ਵੇਂ ਪਾਤਸ਼ਾਹ ਚੋਜੀ ਪ੍ਰੀਤਮ ਪੁੱਛਦੇ ਹੈ, ਹਾਂ ਵੀ ਦਇਆ ਸਿੰਘ ਕਾਹਦੇ ਵਾਸਤੇ ਖੜਾ ਹੋਇਆ? ਉਹ ਕਹਿੰਦੇ ਜੀ ਤੁਸੀਂ ਸੀਸ ਦੀ ਮੰਗ ਕੀਤੀ ਸੀ, ਇਸ ਕਰਕੇ ਮੈਂ ਖੜਾ ਹੋਇਆ। ਸੀਸ ਦੇਣ ਨੂੰ ਤਿਆਰ ਹੈ? ਸੀਸ ਦੇਣ ਨੂੰ ਤਿਆਰ ਹੈ। ਤੇ ਦਇਆ ਰਾਮ ਕੀ ਕਹਿੰਦਾ ਜੀ, ਤਿਆਰੀ ਵਾਲੀ ਤਾਂ ਜੀ ਗੱਲ ਹੀ ਕੋਈ ਨਹੀਂ, ਇਹ ਤਾਂ ਇਮਾਨਤੀ ਹੀ ਤੁਹਾਡੀ ਹੈ, ਇਹ ਤੁਹਾਡੀ ਇਮਾਨਤ ਹੈ, ਤੁਹਾਡੇ ਵਾਸਤੇ ਹਾਜ਼ਰ ਹੈ, ਲੈ ਸਕਦੇ ਹਾਂ। ਆ ਜਾ ਫਿਰ। ਜਦੋਂ ਨੇੜੇ ਆਏ ਸਟੇਜ ਦੇ ਬਾਂਹ ਤੋਂ ਫੜ ਕੇ ਝਿਜੋੜ ਕੇ ਉਹਦੇ ਵੀਰ ਰਸ ਦੇ ਵਿੱਚ ਨਾਲ ਲੱਗਦੇ ਟੈਂਟ ਦੇ ਵਿੱਚ ਲੈ ਗਏ। ਟੈਂਟ ਦੇ ਵਿੱਚੋਂ ਬਾਹਰ ਆਉਂਦੇ ਆ ਤਾਂ ਸ੍ਰੀ ਸਾਹਿਬ ਨੂੰ ਖੂਨ ਲੱਗਾ ਹੋਇਆ। ਹੁਣ ਆਪਾਂ ਇਹਦੇ ਵਿੱਚ ਨਹੀਂ ਪੈਣਾ ਕਿ ਬੱਕਰਿਆਂ ਦਾ ਖੂਨ ਲੱਗਾ ਹੈ, ਸੀਸ ਦਾ ਖੂਨ ਲੱਗਾ ਹੈ, ਜਾਂ ਰੰਗ ਲੱਗਾ ਹੈ, ਜਾਂ ਕੀ ਹੈ। ਇਹ ਸੈਕਰੇਟ ਪੁਆਇੰਟ ਹੈ। ਇਹ 10ਵੇਂ ਪਾਤਸ਼ਾਹ ਜਾਣਦੇ ਜਾਂ ਪੰਜ ਪਿਆਰੇ ਜਾਣਦੇ ਆ, ਇਹ ਆਪਾਂ ਨੂੰ ਨਹੀਂ ਪਤਾ। 10ਵੇਂ ਪਾਤਸ਼ਾਹ ਦੀ ਮਨਸ਼ਾ ਕੀ ਹੈ ਕਿ ਇਹ ਸੈਕਰੇਟ ਰੱਖਣਾ ਹੈ, ਗੋਪਨੀਤਾ ਬਣਾ ਕੇ ਰੱਖਣੀ ਹੈ, ਕਿਉਂਕਿ ਫੌਜ ਦੇ ਕੰਮ ਗੋਪਨੀਤਾ ਵਾਲੇ ਹੁੰਦੇ ਆ ਨਾ, ਇਸ ਕਰਕੇ ਸੈਕਰੇਟ ਰੱਖਣਾ ਹੈ। ਕਿਸੇ ਨੂੰ ਨਹੀਂ ਪਤਾ ਵੀ ਕੀ ਸੀ, ਖੂਨ ਸੀ, ਬੱਕਰਿਆਂ ਦਾ ਖੂਨ ਸੀ, ਇਨਸਾਨਾਂ ਦਾ ਖੂਨ ਸੀ, ਰੰਗ ਸੀ, ਕੀ ਸੀ, ਕੁਛ ਨਹੀਂ ਜਾਣਦੇ। ਇਹ 10ਵੇਂ ਪਾਤਸ਼ਾਹ ਜਾਣਦੇ ਜਾਂ ਪੰਜ ਪਿਆਰੇ ਜਾਣਦੇ ਆ। ਬੜਾ ਵੱਡਾ ਭੇਦ ਹੈ ਇਹ 10ਵੇਂ ਪਾਤਸ਼ਾਹ ਭੇਦ ਰੱਖਣਾ ਚਾਹ ਰਹੇ ਆ। ਉਸ ਤੋਂ ਬਾਅਦ ਕੀ ਹੋਇਆ, ਫਿਰ ਆ ਕੇ ਕਹਿੰਦੇ ਇੱਕ ਚੀਜ਼ ਦੀ ਹੋਰ ਲੋੜ ਹੈ। ਫਿਰ ਧਰਮਦਾਸ ਜੋ ਹਸਤਾਂਪੁਰੀ ਮੇਰਠ ਦੇ ਰਹਿਣ ਵਾਲੇ ਸੀਗੇ, ਜੱਟ ਕਿਸਾਨ, ਉੱਠ ਕੇ ਖੜੇ ਹੋ ਗਏ, ਕਹਿੰਦੇ ਜੀ ਗੁਰੂ ਸਾਹਿਬ ਸੀਸ ਹਾਜ਼ਰ ਹੈ। ਉਸੇ ਤਰ੍ਹਾਂ ਫਿਰ ਖੂਨ ਨਾਲ, ਖੂਨ ਕਹਿ ਸਕਦੇ ਆਪਾਂ, ਖੂਨ ਨਾਲ ਜੋ ਭਿੱਜੀ ਹੋਈ ਅਪਸਰੀ ਸਾਹਿਬ ਹੈ, ਕਿਰਪਾਨ ਹੈ, ਉਹ ਫਿਰ ਸਟੇਜ 'ਤੇ ਲੈ ਕੇ ਆਉਂਦੇ ਆ। ਤਾਂ ਕੀ ਹੋਇਆ, ਕਈ ਇਤਿਹਾਸਕਾਰ ਲਿਖਦੇ ਆ ਕਿ ਸੰਗਤਾਂ ਕਈ ਭੱਜ ਗਈਆਂ ਉੱਥੋਂ ਡਰਦੀਆਂ। ਇਹ ਦੱਸਣਯੋਗ ਹੈ ਕਿ ਸਿੱਖ ਇੱਕ ਵੀ ਨਹੀਂ ਭੱਜਿਆ ਉੱਥੋਂ, ਇੱਕ ਵੀ ਨਹੀਂ ਭੱਜਿਆ। ਹਾਂ, ਕੁਛ ਭੱਜੇ ਹੈ ਜਿਹੜੇ ਕਹਿੰਦੇ ਸੀ ਮੇਲਾ ਵੇਖ ਕੇ ਆਵਾਂਗੇ, ਪਕੌੜੇ ਪਕੌੜੇ ਖਾ ਕੇ ਆਵਾਂਗੇ। ਇਹੋ ਜਿਹੇ ਬੰਦੇ ਭੱਜ ਗਏ ਜਿਹੜੇ ਹੋਰ ਮਨਸ਼ਾ ਨਾਲ ਆਏ ਸੀਗੇ, ਚਲੋ ਐਂਟਰਟੇਨਮੈਂਟ ਵਾਸਤੇ ਚੱਲਦੇ ਜੀ, ਮੇਲਾ ਲੱਗਾ ਹੈ, ਬੜਾ ਇਕੱਠ ਹੋਊਗਾ, ਚੱਲਦੇ ਆ ਜੀ, ਆਹ ਪਕਵਾਨ ਬਣੇ ਹੋਣਗੇ ਜੀ, ਚੱਲਦੇ ਆ। ਕਹਿੰਦੇ ਕਿਹੜੇ ਪਕਵਾਨ, ਇਹ ਤਾਂ ਕੁਛ ਹੋਰ ਹੀ ਕੰਮ ਚੱਲ ਪਿਆ। ਉੱਥੋਂ ਭੱਜਣਾ ਸ਼ੁਰੂ ਕਰਤਾ, ਕੁਛ ਕੁ ਭੱਜੇ। ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ, ਇਸ ਤਰ੍ਹਾਂ ਫਿਰ ਹਿੰਮਤ ਰਾਏ ਜੀ ਉੱਠੇ ਹੈ, ਜਗਨਨਾਥਪੁਰੀ ਉੜੀਸਾ ਦੇ ਰਹਿਣ ਵਾਲੇ ਆ। ਫਿਰ ਮੋਹਕਮ ਚੰਦ ਜੀ ਉੱਠੇ ਹੈ, ਦੁਆਰਕਾ ਗੁਜਰਾਤ ਦੇ ਰਹਿਣ ਵਾਲੇ ਆ। ਆਖਰ ਵਿੱਚ ਸਾਹਿਬ ਚੰਦ ਜੋ ਹੈ ਉਹ ਗਿੱਦੜ ਕਰਨਾਟਕਾ ਤੋਂ ਜੋ ਹੈ ਨਾਈ ਸਿੱਖ ਹੈ। ਮੋਹਕਮ ਚੰਦ ਜੋ ਚਿੰਬੇ ਹੈ, ਜੋ ਟੇਲਰ ਮਾਸਟਰ ਦਾ ਕੰਮ ਕਰਦੇ। ਹਿੰਮਤ ਰਾਏ ਜੋ ਹੈ ਉਹ ਝਿਓਰ ਹੈ, ਜੋ ਆਪਣੇ ਪਾਣੀ ਪਿਆਉਣ ਦਾ ਕੰਮ ਕਰਦੇ ਹੁੰਦੇ ਸੀ। ਧਰਮਦਾਸ ਜੱਟ ਹੈ, ਕਿਸਾਨ ਹੈ, ਅਤੇ ਦਇਆ ਰਾਮ ਖੱਤਰੀ ਹੈ। ਜਾਣੀ ਕਿ ਕਿਸੇ ਇੱਕ ਜਾਤ ਦੇ ਨਹੀਂ, ਸਾਰੇ ਰਲਵੇਂ ਮਿਲਵੇਂ ਜੋ ਹੈ, ਰਲਵੇਂ ਮਿਲਵੇਂ ਹੈ। ਮੈਂ ਇੱਕ ਗੱਲ ਇੱਥੇ ਕਲੀਅਰ ਕਰਨੀ ਚਾਹੁੰਦਾ, ਸਾਰੇ ਨਹੀਂ, ਕੁਛ ਪੁੱਛਦੇ ਹੈ ਕਿ ਭਾਈ ਤੁਸੀਂ ਕੌਣ ਹੁੰਦੇ ਆ। ਕਈ ਡੇਰਿਆਂ ਦੇ ਉੱਤੇ ਪੁੱਛਿਆ ਜਾਂਦਾ, ਬਾਬੇ ਬਣੇ ਆ, ਉਹ ਪੁੱਛਦੇ ਆ, ਉਹਨਾਂ ਨੂੰ ਜਵਾਬ ਦਿਆ ਕਰੋ। ਘੱਟ ਦਿੰਦਾ, ਐਨਕਾਂ ਲਾ ਕੇ ਵੇਖ ਲਓ, ਇਨਸਾਨ ਹੈ, ਬੰਦੇ ਆ, 10ਵੇਂ ਪਾਤਸ਼ਾਹ ਦੇ ਸਾਜੇ ਹੋਏ ਸਿੱਖ ਹੈ। ਇਹ ਜਾਤਾਂ ਨਹੀਂ ਪੱਖੀ ਦੀਆਂ ਹੁੰਦੀਆਂ, ਇਹ ਨਹੀਂ ਕਹਿਣਾ, ਇਸ ਤਰ੍ਹਾਂ ਨਹੀਂ ਕਹਿਣਾ ਉਹਨੂੰ। ਕਹੋ ਕੌਣ ਹੁੰਦੇ ਆ, ਗੁਰੂ ਦੇ ਸਿੱਖ ਹੁੰਦੇ ਆ ਜੀ ਅਸੀਂ। ਤੁਸੀਂ ਕੌਣ ਹੈ ਪੁੱਛਣ ਵਾਲੇ? 10ਵੇਂ ਪਾਤਸ਼ਾਹ ਨੇ ਤਾਂ ਪੁੱਛਿਆ ਨਹੀਂ ਵੀ ਜਾਤ ਕੀ ਹੈ ਤੁਹਾਡੀ, ਪੰਜ ਪਿਆਰੇ ਸਾਜਣ ਲੱਗੇ, ਨਹੀਂ ਪੁੱਛਿਆ। ਜਿਹੜੇ ਪੁੱਛਦੇ ਆ ਉਹ ਸਿੱਖ ਨਹੀਂ ਹੈ। ਸਿੱਖੀ ਲਿਬਾਸ ਵਿੱਚ ਕੁਛ ਹੋਰ ਹੀ ਹੈ।
देखो जी, वारी वारी सारिਆਂ ने उठ के जो है अपना ਸੀਸ ਭੇਟ ਕਰਨ वास्ते 10वें पातशाह ਨੂੰ समर्पित हो गए। समर्पित हो गए, शांति हो गई जी, शांति हो गई। कच्चे सी ਜਿਹੜੇ दचित्ती वाले वो तो भज उठे। जो कह दो कि बिल्कुल प्योर खालसा सी वो बैठा रह गया। सिख जो बैठे सी उत्थे सीस देण वास्ते होर भी बहुत सैकड़ियां दे विच बैठे सी, पर 10वें पातशाह ने 5 ही कमांडां चाहीदियां सी। जिवें हुण चलदियां आर्मी हैडकुआटर दीयां 5 चल रही ना, पहला भी दस के हटिया। सेंटर कमांड है, नॉर्दर्न कमांड है, साउदर्न ईस्टर्न ते वैसटर्न कमांड है। इस तरह 10वें पातशाह ने भी 5 ही कमांडर नियुक्त करने सी ते सीस देण वास्ते होर भी बैठे सी, पर गुरु साहब नूं 5 ही चाहिए सी। की हुंदा थोड़े जी चिर बाद 10वें पातशाह की करते हैं कि सारिਆਂ ਦੇ चोले सजे हुए है। श्री ਸਾਹਿਬ शस्त्र ਦੇ ਨਾਲ बिल्कुल अस्त्र शस्त्र पूरा, जिवें आपां नगर कीर्तन मौके आपां याद करते हैं ना, सारा कुछ भी वो 5 प्यारे साजे होंदे। इस तरह उन्हां वर्दी दे विच यूनीफॉर्म दे विच वो जो है खालसा यूनीफॉर्म ਉਹਦੇ ਵਿੱਚ आ के जी स्टेज ते आ गए। सारे हैरान परेशान बई हाँ ये की हो गया। उन्होंने 10वें पातशाह ने अमृत तैयार किया है 5 बाणियां का पाठ करके, तो पाठ करने तो बाद जो बाटे विचों सारिਆਂ ਨੂੰ एक ही बाटे ਨੂੰ मूल वाता जी, ताकि सिखां ਦਾ कोई जात पात वाला मन ਦੇ ਵਿੱਚ विचार ना रह जे। एक सानू ये शिक्षा दी है, जात का हंकारी ते जात का आपदे नाल गोतां गातां लाउण वाले जिहड़े है गुरु दे सिख नहीं, गुरु नूं भुल गए। वो असीं खालसे हुंदे बस, इदों वध कुछ नहीं। एक बाटे नूं मूल वाता की होया, कुलनास। पहला किहड़ी कुल दा सी तों, ये गुरु साहब ने कुलनास करती उन्हां दी, कुलनास हो गई। कोई धर्म नहीं, कुछ नहीं, अज तो खालसा। पहला जन्म किस तरह का सी वो नहीं पता, अज हुण खालसे का जन्म हो गया है। उस तो बाद जो 5 नूं अमृत छकाता, ये पहली बार होया कि गोडनी ला के 10वें पातशाह बैठ गए, कहते जी हुण मैनू भी अमृत की दात बख्शो। 5 प्यारिਆਂ अगे बैठ गए। फिर 5 प्यारिਆਂ ने 10वें पातशाह नूं अमृत छकाया। वाह वाह गुरु गोबिंद सिंह आपे गुर चेला, आपे गुरु भी है तो उन्होंने चेला भी बन गया है। ऊच नीचता कोई नहीं, गुरु वाला है नहीं कि मैं इस तरह हाँ जी। उन्होंने तो छक रहे है, उन्होंने तो छक रहे, 5 प्यारिਆਂ तो छक रहे। इन्ना उन्होंने आबादी दी, इन्ना उन्होंने खालसा मेरो रूप है खास, उन्होंने तो अमृत छकिया। ये मैं कुछ अपने सुझाव रखने चाहूँगा गुरु पे, जो इतिहासकार है जां आने वाले समय के कोई किताबां लिखते हैं, उन्होंने मैं दसना चाहूँगा कि गुरु साहब की इच्छा की है कि जो भी वापरिया टेंट दे विच वो जां तां 10वें पातशाह जानते हैं जां 5 प्यारे जानते हैं। तो 5 प्यारे विआहे वरे सी, बच्चों वाले भी सीगे, ते घरे गया घर वालियां ने भी पूछा होना है कि बच्चों ने भी पूछा होना है कि टेंट दे विच की होया। भाई दया राम ने भी पूछा होगा, धर्मदास ने उन्होंने भी पूछा होगा, हिम्मत राय सी, मोहकम चंद सी, साहिब चंद सी, सारे दे बाल बच्चे वाले सी, सारे पूछा होगा जी उत्थे की होया। पर इहो जिहे कमांडर गुरु साहब ने चुने। ये भेत या तो 10वें पातशाह जानते या 5 प्यारे जानते हैं कि टेंट विच की होया। वो आपदा ये भेत नाल ही लै गए। हजे तक वो भेत ही बनिया होया। गुरु की मनशा की है कि इनू सैक्रेट रखना है, भेद नहीं दिता। इस चीज़ का भेद गुरु साहब ने नहीं दिता कि टेंट के विच की होया, 5 प्यारे जां गुरु साहब जानते। पर साडे कई विद्वान कह लो तो टेंट पाड़न तक जा रहे हैं। क्यों बई? गुरु की जो इच्छा है, सानू गुरु की इच्छा के नाल चलना चाहिए। सानू आप दी विद्वता के उत्ते नहीं मान करना चाहिए। जो गुरु साहब की इच्छा है, इच्छा तो यही है ना, नहीं तो
ਬਾਹਰ ਵੀ ਕਰ ਸਕਦੇ ਸੀ, ਟੈਂਟ ਵਿੱਚ ਹੀ ਲੈ ਕੇ ਗਏ ਹੈ ਨਾ। ਟੈਂਟ 'ਚ ਕਿਉਂ ਲੈ ਕੇ ਗਏ ਆ? ਕਿਉਂ ਸੀਕ੍ਰੇਟ ਰੱਖਣਾ ਸੀ ਉਸ ਚੀਜ਼ ਨੂੰ। ਹਾਂਜੀ, ਥੋੜ੍ਹਾ ਜਿਹਾ ਹੋਰ ਦੱਸਦੇ ਹਾਂ ਕਿ ਭਾਈ ਦਇਆ ਰਾਮ ਜੋ ਹੈ, ਇਹਨਾਂ ਦਾ ਜਨਮ 1661 ਦੇ ਵਿੱਚ ਹੋਇਆ ਤੇ 1708 ਈਸਵੀ ਦੇ ਵਿੱਚ ਇਹ ਨੰਦੇੜ ਲੱਗੇ ਇਹਨਾਂ ਦਾ ਜੋ ਹੈ ਸਰੀਰਕ ਯਾਤਰਾ ਜਿਹੜੀ ਹੈਗੀ ਹੈ, ਸੰਸਾਰਿਕ ਯਾਤਰਾ ਪੂਰੀ ਹੋਈ ਹੈ। ਧਰਮਦਾਸ ਜੋ ਹੈ 1965 ਦਾ ਜਨਮ ਹੈ ਤੇ 1708 ਈਸਵੀ ਇਕੱਠੀ ਇਹਨਾਂ ਦਾ ਹੋਇਆ ਹੈਗਾ ਜੀ। ਆਪਣਾ ਚੜ੍ਹਾਈ ਕੀਤੀ ਇਹਨਾਂ ਨੇ। ਜੋ ਹਿੰਮਤ ਰਾਏ 1661 ਦਾ ਜਨਮ ਹੈ, 1705 ਈਸਵੀ ਦੇ ਵਿੱਚ ਚੜ੍ਹਾਈ ਕਰਦੇ ਆ। ਇਹ ਕਿੱਥੇ ਕਰਦੇ ਸੀ? ਚਮਕੌਰ ਗੜ੍ਹੀ ਦੇ ਵਿੱਚ ਇਹਨਾਂ ਦੀ ਸ਼ਹੀਦੀ ਪੈਂਦੀ ਹੈ। ਮੋਹਕਮ ਚੰਦ ਜੋ ਮੋਹਕਮ ਸਿੰਘ ਬਣ ਗਏ ਸੀ, ਇਹ 1663 ਈਸਵੀ ਵਿੱਚ ਇਹ ਆਪਣਾ ਇਹਨਾਂ ਦਾ ਜਨਮ ਹੁੰਦਾ ਹੈ ਤੇ 1705 ਈਸਵੀ ਵਿੱਚ ਚਮਕੌਰ ਦੀ ਗੜ੍ਹੀ ਦੇ ਵਿੱਚ ਸ਼ਹੀਦੀਆਂ ਪਾਉਂਦੇ ਆ। ਸਾਹਿਬ ਚੰਦ ਜੋ ਸਾਹਿਬ ਸਿੰਘ ਬਣ ਗਏ 1662 ਈਸਵੀ ਦੇ ਵਿੱਚ ਇਹਨਾਂ ਦਾ ਜਨਮ ਹੈ। 1705 ਈਸਵੀ ਵਿੱਚ ਚਮਕੌਰ ਗੜ੍ਹੀ ਦੇ ਵਿੱਚ ਹੀ ਇਹਨਾਂ ਨੇ ਸ਼ਹੀਦੀਆਂ ਪਾਈਆਂ। ਪਹਿਲਾ ਦਇਆ ਰਾਮ, ਧਰਮਦਾਸ, ਹਿੰਮਤ ਰਾਏ, ਮੋਹਕਮ ਚੰਦ ਤੇ ਸਾਹਿਬ ਚੰਦ ਸੀ। ਉਸ ਤੋਂ ਬਾਅਦ ਸਾਰੇ ਜਾਤ ਗੋਤ ਲੱਥ ਕੇ ਉਸ ਤੋਂ ਬਾਅਦ ਸਿੰਘ ਬਣ ਗਏ ਜੀ। ਦਇਆ ਰਾਮ ਨੇ ਰਾਮ ਲਾਉਣਾ ਬੰਦ ਕਰ ਦਿੱਤਾ, ਦਇਆ ਸਿੰਘ ਹੋ ਗਿਆ ਜੀ। ਧਰਮਦਾਸ ਨੇ ਦਾਸ ਲਾਉਣਾ ਬੰਦ ਕਰ ਦਿੱਤਾ, ਧਰਮ ਸਿੰਘ ਬਣ ਗਿਆ। ਹਿੰਮਤ ਰਾਏ ਨੇ ਆਪਦੀ ਕਾਸਟ ਲਾਉਣੀ ਬੰਦ ਕਰ ਦਿੱਤੀ, ਹਿੰਮਤ ਸਿੰਘ ਬਣ ਗਿਆ। ਮੋਹਕਮ ਚੰਦ ਨੇ ਚੰਦ ਲਾਉਣਾ ਬੰਦ ਕਰ ਦਿੱਤਾ ਜੀ, ਮੋਹਕਮ ਸਿੰਘ ਬਣ ਗਿਆ। ਤੇ ਸਾਹਿਬ ਚੰਦ ਨੇ ਜੋ ਹੈ ਚੰਦ ਲਾਉਣਾ ਬੰਦ ਕਰਤਾ ਤੇ ਸਾਹਿਬ ਸਿੰਘ ਬਣ ਗਿਆ। ਹੁਣ ਸਾਨੂੰ ਸਿੱਖਿਆ ਕੀ ਮਿਲਦੀ ਹੈ? ਅਸੀਂ ਵੀ ਆਪਦੇ ਨਾਲ ਜਿਹੜੇ ਜਾਤ ਗੋਤ ਜੇ ਲਾਉਣੇ ਬੰਦ ਕਰ ਦਈਏ। ਹਾਂਜੀ, ਇੰਨੀਆਂ ਵਿਚਾਰਾਂ ਹੋਈਆਂ ਤੁਹਾਡੇ ਨਾਲ। ਜੋ ਵਿਚਾਰਾਂ ਕੀਤੀਆਂ ਇਹਨਾਂ 'ਤੇ ਤੁਸੀਂ ਕਮੈਂਟਸ ਜ਼ਰੂਰ ਦਿਆ ਕਰੋ, ਕਮੈਂਟਸ ਵੀ ਦਿਆ ਕਰੋ। ਚੰਗਾ ਲੱਗੇ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਹੌਸਲਾ ਜਿਹਾ ਬਣ ਜਾਂਦਾ ਹੈਗਾ ਕਿ ਸੁਣ ਰਹੇ ਹਾਂ, ਸੰਗਤਾਂ ਸੁਣ ਰਹੀਆਂ। ਬਸ ਹੋਰ ਤੁਹਾਡਾ ਪਿਆਰ ਚਾਹੀਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।